ਕਿੰਨੀਆਂ ਕੁ ਕੰਪਨੀਆਂ ਨੇ ਇਹਦੇ ਵਿੱਚ, ਕਿੰਨੀ ਕੁ ਦੇਰ ਹੋ ਗਈ ਐਸਟੈਬਲਿਸ਼ ਹੋਇਆਂ ਕਿ ਤੁਸੀਂ ਸੋਚਦੇ ਹੋ ਕਿ ਟੋਰਾਂਟੋ ਤੋਂ ਸ਼ੁਰੂਆਤ ਕਰਕੇ ਦੁਨੀਆ 'ਚ ਤੁਸੀਂ ਐਨ ਪੂਰੀ ਦੁਨੀਆ ਨੂੰ ਰੌਸ਼ਨੀ ਦਿਖਾਉਂਦੇ ਫਿਰਦੇ ਹੋ। ਸਰੀ ਵਿੱਚ ਵੀ ਤੁਹਾਡੀ ਕੋਈ ਬ੍ਰਾਂਚ ਹੈ ਜਿਹੜੇ ਤੁਹਾਡੀ ਕੰਪਨੀਆਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋਣ? ਸਭ ਤੋਂ ਬੈਸਟ ਤਰੀਕਾ ਕੀ ਹੈ, ਕਿਵੇਂ ਤੁਹਾਡੇ ਤੱਕ ਅਪਰੋਚ ਕਰਨਾ? ਸਰੀ ਦੇ ਵਿੱਚ ਆਫਿਸ ਹੈ, ਉੱਥੇ ਜੋਤਨਪ੍ਰੀਤ BM ਹੈ, ਉੱਥੇ ਕੰਟੈਕਟ ਕਰ ਲੈਣ। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅੱਜ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਇੱਕ ਖਾਸ ਮਹਿਮਾਨ ਸਾਡੇ ਪ੍ਰੋਗਰਾਮ ਦਾ ਸ਼ਿੰਗਾਰ ਰਹਿਣਗੇ। ਕੋਸ਼ਿਸ਼ ਕਰਾਂਗੇ ਕਿ ਜੇਕਰ ਤੁਸੀਂ ਇਮੀਗ੍ਰੇਸ਼ਨ ਦੇ ਨਾਲ ਤਾਲੁਕ ਰੱਖਦੇ ਹੋ, ਕਿਉਂਕਿ ਇਹ ਉਸ ਤਰ੍ਹਾਂ ਦਾ ਟੌਪਿਕ, ਉਸ ਤਰ੍ਹਾਂ ਦਾ ਵਿਸ਼ਾ ਜਿਸ ਦੇ ਵਿੱਚ ਰੋਜ਼ ਕੁਝ ਨਾ ਕੁਝ ਨਵਾਂ ਵਾਪਰਦਾ, ਕੁਝ ਘਟਦਾ ਹੈ। ਪਰ ਇਹ ਸ਼ਖਸੀਅਤ ਇੱਕ ਅਹਿਮ ਨੇ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਆਏ ਨੇ। WWICS ਗਰੁੱਪ ਆਫ ਕੰਪਨੀਜ਼ ਦੇ MD ਅਤੇ ਚੇਅਰਮੈਨ ਕਰਨਲ VS ਸੰਧੂ ਅੱਜ ਸਾਡੇ ਮਹਿਮਾਨ ਰਹਿਣਗੇ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਉਹਨਾਂ ਨੇ ਅੱਜ ਤੱਕ ਇਹਨਾਂ ਕੰਪਨੀਆਂ ਨੂੰ ਇੱਥੇ ਤੱਕ ਕਿਵੇਂ ਲਿਆਂਦਾ, ਇਹਨਾਂ ਕੰਪਨੀਆਂ ਨੂੰ ਬਣਾਉਣ ਦੇ ਪਿੱਛੇ ਉਹਨਾਂ ਦਾ ਮਕਸਦ ਕੀ ਸੀ, ਤੇ ਅੱਜ ਇਹ ਕੰਪਨੀਆਂ ਕਿੱਥੇ ਕੁ ਖੜੀਆਂ ਨੇ। ਕਿੰਨੇ ਕੁ ਇਸ ਤਰ੍ਹਾਂ ਦੇ ਨੌਜਵਾਨ ਅਤੇ ਮੁਟਿਆਰਾਂ ਹੋਣਗੀਆਂ ਜਿਹੜੇ ਇਹਨਾਂ ਕੋਲੋਂ ਸਿੱਖਿਅਤ ਹੋ ਕੇ ਦੁਨੀਆ ਦੇ ਵੱਖੋ-ਵੱਖ ਮੁਲਕਾਂ ਵਿੱਚ ਇਸ ਵਕਤ ਵਿਚਰ ਰਹੇ ਨੇ। ਆਓ ਸਭ ਤੋਂ ਪਹਿਲਾਂ ਕਰਨਲ ਸਾਹਿਬ ਦਾ ਸਵਾਗਤ ਕਰਦੇ ਹਾਂ। ਸੰਧੂ ਸਾਹਿਬ, ਜੀ ਆਇਆਂ, ਸਤਿ ਸ਼੍ਰੀ ਅਕਾਲ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਜਿਸ ਤਰ੍ਹਾਂ ਮੈਂ ਵੇਖ ਰਿਹਾ ਕਿ ਕਾਫੀ ਵੱਡਾ ਤੁਹਾਡਾ ਅਦਾਰਾ ਹੈ, WWICS ਗਰੁੱਪ ਆਫ ਕੰਪਨੀਜ਼ ਨੇ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸਿਓ ਜੀ ਕਿ ਕਿੰਨੀਆਂ ਕੁ ਕੰਪਨੀਆਂ ਨੇ ਇਹਦੇ ਵਿੱਚ, ਕਿੰਨੀ ਕੁ ਦੇਰ ਹੋ ਗਈ ਐਸਟੈਬਲਿਸ਼ ਹੋਇਆਂ ਨੂੰ ਜੀ? ਮੈਂ ਇੱਥੇ ਕੈਨੇਡਾ ਦੇ ਵਿੱਚ 1988 ਦੇ ਵਿੱਚ ਜੀ ਐਜ਼ ਇਮੀਗ੍ਰੈਂਟ, ਐਜ਼ ਪ੍ਰੋਫੈਸ਼ਨਲ ਆਇਆ ਸੀ ਫੈਮਿਲੀ ਦੇ ਨਾਲ ਜੀ ਟੋਰਾਂਟੋ ਦੇ ਵਿੱਚ। ਪਹਿਲੇ 5 ਸਾਲ ਮੈਂ ਆਪਣੇ ਪ੍ਰੋਫੈਸ਼ਨ 'ਚ ਕੰਮ ਕੀਤਾ। ਮੈਂ ਮਾਸਟਰਸ ਕਰੀ ਹੋਈ ਲੈਂਡ ਸਰਵੇ 'ਚ ਜੀ। ਉਸ ਤੋਂ ਬਾਅਦ ਮੇਰੇ ਇੰਟਰੈਕਸ਼ਨ ਦੇ ਦੌਰਾਨ ਲੋਕਾਂ ਦੇ ਨਾਲ ਪਤਾ ਲੱਗਿਆ ਕਿ ਰਿਫਿਊਜੀ ਬਹੁਤ ਆਏ ਹੋਏ ਨੇ ਕੈਨੇਡਾ ਦੇ ਵਿੱਚ। ਇਕੱਲੇ ਇੰਡੀਆ ਤੋਂ ਨਹੀਂ, ਹੋਰ ਕੰਟਰੀਆਂ ਤੋਂ ਵੀ, ਸਲੋਨ, ਸੋਮਾਲੀਆ, ਹੋਰ ਕਈ ਕੰਟਰੀ ਸੀ। ਬੜੀ ਉਹਨਾਂ ਦੀ ਲਿਵਿੰਗ ਕੰਡੀਸ਼ਨ ਪੈਥੈਟਿਕ ਸੀ, ਲੋਕ ਐਕਸਪਲੋਇਟ ਬਹੁਤ ਕਰਦੇ ਸੀ ਜੀ। ਤੇ ਮੈਂ ਐਜ਼ ਏ ਐਗਜ਼ਾਮਪਲ ਕੁਝ ਕੇਸਿਸ ਪੜ੍ਹੇ ਉਹਨਾਂ ਦੇ ਔਨਰੇਰੀਅਮ ਬੇਸਿਸ ਤੇ, ਕੋਈ ਫੀਸ ਨਹੀਂ। ਕੈਨੇਡਾ ਦੇ ਵਿੱਚ ਟੋਰਾਂਟੋ ਸਟਰੀਟ ਤੇ ਰਿਫਿਊਜੀ ਕੋਰਟ ਹੁੰਦੀ ਸੀ ਜੀ, ਜਿਹਦੇ ਵਿੱਚ ਜਿਹੜੇ ਜੈਨੂਇਨ ਰਿਫਿਊਜੀ ਸੀ ਉਹਨਾਂ ਨੂੰ ਇਮੀਗ੍ਰੇਸ਼ਨ ਦੇਣ ਲਈ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀ ਜੀ। ਤਾਂ ਮੈਂ ਕੇਸਿਸ ਲੈ ਕੇ ਗਿਆ ਉਹਨਾਂ ਦੇ ਔਰ ਉਹਦੇ ਬਾਰੇ ਪੜ੍ਹਿਆ, ਔਰ ਸੱਚੇ ਸੁੱਚੇ ਕੇਸਿਸ ਜਿਹੜੇ ਵੈਸੇ ਕੁਆਲੀਫਾਈ ਕਰਦੇ ਸੀ ਪਰ ਗੁੰਮਰਾਹ ਹੋ ਕੇ ਕੈਨੇਡਾ ਦੇ ਵਿੱਚ ਆਏ ਸੀ ਜੀ। ਸੋ ਇਸ ਤਰ੍ਹਾਂ ਕਰਨ ਦੇ ਨਾਲ ਹੰਡਰਡਸ ਆਫ ਕੇਸਿਸ ਮੈਂ ਦੀ ਜਿਹੜੀ ਮਦਦ ਕਰੀ। ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸਰ ਸੀ ਜੀ, ਰਿਫਿਊਜੀ ਕੋਰਟ ਦੇ ਵਿੱਚ ਕੇਸਿਸ ਹੈਂਡਲ ਕਰਦੇ ਸੀ, ਉਹਨਾਂ ਨੇ ਮੈਨੂੰ ਮਜ਼ਾਕ ਕਰਨਾ ਵੀ ਤੁਸੀਂ ਇਹ ਲੋਕ ਇਲੀਗਲ ਆਈ ਜਾ ਰਹੇ ਨੇ ਹਵਾਈ ਜਹਾਜ਼ ਭਰ ਕੇ, ਤੁਸੀਂ ਆਪਣੇ ਕੰਟਰੀ ਜਾ ਕੇ ਕਿਉਂ ਨਹੀਂ ਇਹਨਾਂ ਨੂੰ ਐਜੂਕੇਟ ਕਰਦੇ ਜੀ। ਉਹਦੇ ਨਾਲ ਮੈਨੂੰ ਇੱਕ ਆਈਡੀਆ ਮਿਲਿਆ ਕਿ ਜੋ ਇਹ ਗੱਲ ਕਹਿ ਰਹੇ ਬਿਲਕੁਲ ਠੀਕ ਹੈ, ਔਰ ਉੱਥੇ ਜਾ ਕੇ ਜਿਹੜੇ ਸਾਡੀ ਯੂਥ ਹੈ ਉਹਨਾਂ ਨੂੰ ਇਨਲਾਈਟਨ ਕਰਨ ਦਾ, ਐਜੂਕੇਟ ਕਰਨ ਦਾ ਹੈ। ਤਾਂ ਉਦੋਂ ਤੱਕ ਮੈਂ ਪੜ੍ਹ ਕਾਫੀ ਗਿਆ ਸੀ ਇਮੀਗ੍ਰੇਸ਼ਨ ਦੇ ਉੱਤੇ ਜੀ। ਇੱਕ ਪੂਰੀ ਲਾਇਬ੍ਰੇਰੀ ਸੀ, ਉਹਦੇ ਤੇ ਇਮੀਗ੍ਰੇਸ਼ਨ ਨਾਲ ਡੀਲ ਕਰਦੀ ਸੀ। ਬਾਕੀ ਰਿਫਿਊਜੀ ਕੋਰਟ 'ਚ ਜਾ ਕੇ ਮੈਨੂੰ ਬਹੁਤ ਤਜਰਬਾ ਹੋ ਗਿਆ ਸੀ ਜੀ। ਔਰ ਮੈਂ ਇੰਡੀਆ ਆਇਆ, ਫਿਰ ਪਹਿਲਾਂ ਛੋਟਾ ਆਫਿਸ ਖੋਲ੍ਹਿਆ ਟੋਰਾਂਟੋ ਮਿਸੀਸਾਗਾ ਜੈਰੀ ਸਟਰੀਟ ਤੇ ਉਸ ਤੋਂ ਬਾਅਦ ਮੈਂ ਫਿਰ ਇੰਡੀਆ ਆਇਆ ਅਕਤੂਬਰ 1993 ਦੇ ਵਿੱਚ। ਅੱਛਾ ਜੀ। 1993 'ਚ। ਔਰ ਇੱਥੇ ਆ ਕੇ ਮੈਂ ਸੈਟ ਅਪ ਕੀਤੀ ਇੰਡੀਆ ਦੇ ਵਿੱਚ ਕੰਪਨੀ WWICS। ਕਿੱਥੇ ਕੀਤੀ ਜੀ ਪਹਿਲਾਂ? ਸਭ ਤੋਂ ਪਾਰਡਨ, ਕਿੱਥੇ ਸਭ ਤੋਂ ਪਹਿਲਾਂ ਆਫਿਸ ਕਿੱਥੇ ਖੋਲਿਆ ਜੀ? ਉਹਦਾ ਆਫਿਸ ਪਹਿਲਾਂ ਖੋਲਿਆ ਚੰਡੀਗੜ੍ਹ ਦੇ ਵਿੱਚ 22 ਸੈਕਟਰ ਦੇ ਵਿੱਚ ਜੀ, ਔਰ ਰੋਮਾ ਹੋਟਲ ਦੇ ਨਾਲ ਹੈ, ਔਰ ਕਾਫੀ ਬੜਾ ਆਫਿਸ ਸੀ ਉਹ। ਇਹ ਤੋਂ ਬਾਅਦ ਫਿਰ ਮੈਂ ਪੂਰੇ ਸੈਮੀਨਾਰ ਕਰਨ ਪੂਰੇ ਇੰਡੀਆ 'ਚ ਗਿਆ, ਜਿਹੜੀ ਇੰਡੀਆ ਦੀਆਂ ਸਟੇਟਾਂ ਨੇ ਉਹਦੇ ਕੈਪੀਟਲ ਦੇ ਵਿੱਚ। ਉੱਥੇ ਮੈਂ ਦੇਖਿਆ ਕਿ ਪੇਪਰ ਦੇ ਵਿੱਚ ਐਡ ਪਾਉਣ ਦੇ ਨਾਲ ਹੀ ਇੱਕ ਕਿਸਮ ਦਾ ਸਟੈਂਪੀਡ ਹੋ ਗਿਆ। 2-2 ਹਜ਼ਾਰ 3-3 ਹਜ਼ਾਰ ਬੰਦੇ ਸੈਮੀਨਾਰ ਸੁਣਨ ਆ ਗਏ। ਲੋਕਾਂ ਨੂੰ ਇੰਨਾ ਉਤਸ਼ਾਹ ਸੀ ਕਿ ਇਸ ਸ਼ਖਸੀਅਤ ਨੂੰ ਸੁਣੀਏ ਜਿਹਦੇ ਕੋਲ ਇੰਨੀ ਨੌਲੇਜ ਹੈ ਔਰ ਲੀਗਲ ਵੇ ਦੇ ਨਾਲ
ਸਾਨੂੰ ਇਹ ਲਿਜਾਣਾ ਚਾਹੁੰਦੇ ਨੇ। मैं पूरे आर्मी हाउस ਜਿਹੜੇ ਰਿਟਾਇਰਡ ਸੀ ਉਹਨਾਂ ਨੂੰ ਬ੍ਰਾਂਚ ਹੈਡ ਬਣਾ ਕੇ ਇੱਕ ਦਾਇਰਾ ਖੜਾ ਕਰਤਾ ਕਿ ਸੱਚੀਆਂ ਸੁੱਚੀਆਂ ਔਰ ਇਕਨੋਮਿਕਲ ਸਰਵਿਸਿਜ਼ ਅਸੀਂ ਜਿਹੜੇ ਪ੍ਰੋਸਪੈਕਟਿਵ ਇਮੀਗ੍ਰੈਂਟ ਨੇ ਉਹਨਾਂ ਨੂੰ ਦਈਏ। ਤੇ ਇਸ ਤਰ੍ਹਾਂ ਇਹ ਸਾਡਾ ਜਿਹੜਾ ਹੈ ਕੰਪਨੀ ਦਾ ਸ਼ੁਰੂਆਤ ਹੋ ਗਿਆ। ਜਿਹੜੇ ਅਸੀਂ ਬੇਬੀ ਸਟੈਪ ਲਏ ਨੇ ਪਹਿਲਾਂ ਉਹ ਕਾਮਯਾਬ ਹੋ ਗਏ ਜੀ। ਸੋ ਇੰਡੀਆ ਦੇ ਵਿੱਚ ਤਕਰੀਬਨ 20 ਆਫਿਸ खोलते ਅਸੀਂ ਪਹਿਲੇ 6 ਮਹੀਨੇ ਦੇ ਅੰਦਰ ਹੀ। ਅੱਛਾ ਜੀ। ਔਰ ਰਿਸਪੌਂਸ ਇੰਨਾ ਓਵਰਵੈਲਮਿੰਗ ਰਿਸਪੌਂਸ ਸੀ ਲੋਕਾਂ ਦਾ, ਲੋਕਾਂ ਦੀਆਂ ਲਾਈਨਾਂ ਲੱਗ ਗਈਆਂ ਉੱਥੇ। ਸਾਡਾ ਜਿਹੜਾ ਮੇਨ ਫੰਡਾਮੈਂਟਲ ਪ੍ਰਿੰਸੀਪਲ ਰੱਖਿਆ ਅਸੀਂ ਫੀਸ ਇੱਕੋ ਹੀ ਰੱਖੀ ਹੈ, ਜਿੱਦਾਂ ਮਰਜੀ ਪਚੀਦਾ ਕੇਸ ਹੋਵੇ, ਡਿਫਿਕਲਟ ਕੇਸ ਹੋਵੇ, ਸਿੰਪਲ ਹੋਵੇ, ਫੈਮਿਲੀ ਇੱਕ ਹੈ, 4 ਬੰਦੇ ਨੇ, ਫੀਸ ਇੱਕੋ ਹੀ ਰੱਖੀ ਹੈ ਅਸੀਂ। ਅੱਛਾ ਜੀ। ਦੂਸਰਾ ਅਸੀਂ ਜਿਹੜੇ ਬੰਦੇ ਲੀਗਲੀ ਕੁਆਲੀਫਾਈ ਕਰਦੇ ਸੀ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਮੁਤਾਬਕ ਉਹਨਾਂ ਨੂੰ ਹੀ ਅਸੀਂ ਕਹਿੰਦੇ ਸੀ ਤੁਸੀਂ ਆਪਣੀ ਸ਼ੁਰੂਆਤ ਕਰ ਸਕਦੇ ਹੋ। ਬਾਕੀਆਂ ਨੂੰ ਅਸੀਂ ਕਹਿੰਦੇ ਜੀ ਤੁਹਾਡੇ 'ਚ ਕਮੀ ਪੇਸ਼ੀ ਹੈ, ਇਹ ਪੂਰੀ ਕਰਕੇ ਆਓ ਪਹਿਲਾਂ, ਤੇ ਜਦੋਂ ਤੁਹਾਡੀ ਇਹ ਪੂਰੀ ਹੋ ਜਾਏਗੀ, ਪੇਸ਼ੀ ਪੂਰੀ ਹੋ ਜਾਏਗੀ, ਆਪਣਾ ਡੈਫੀਸ਼ੀਐਂਸੀ, ਫਿਰ ਆ ਜਾਓ ਸਾਡੇ ਕੋਲ। ਉਹਦੇ ਨਾਲ ਸਾਡੀ ਬੜੀ ਕ੍ਰੈਡੀਬਿਲਿਟੀ ਬਣੀ। ਉਹਨਾਂ ਦਿਨਾਂ ਦੇ ਵਿੱਚ 1993 ਦੇ ਵਿੱਚ 4 ਤੋਂ 6 ਮਹੀਨੇ 'ਚ ਇਮੀਗ੍ਰੇਸ਼ਨ ਮਿਲ ਜਾਂਦੀ ਸੀ ਜੀ। ਇੰਨਾ ਡਿਫਿਕਲਟ ਪ੍ਰੋਸੈਸ ਨਹੀਂ ਸੀ। ਤੇ ਉਹਦੇ ਨਾਲ ਜਦੋਂ ਸ਼ੁਰੂ ਹੋਇਆ ਫਿਰ ਇਹ ਵਰਡ ਬਾਈ ਮਾਊਥ ਸਪਰੈਡ ਹੋ ਗਿਆ ਔਰ ਲੋਕਾਂ ਨੇ ਫਿਰ ਕਾਫੀ ਰਿਸਪੌਂਸ ਆਉਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਬਾਹਰਲੇ ਕੰਟਰੀ 'ਚ ਗਿਆ। ਅੱਛਾ ਜੀ। ਔਰ ਮਿਡਲ ਈਸਟ ਦੇ ਵਿੱਚ ਸਾਡੇ ਅੱਜ ਵੀ ਜਿਹੜੇ ਤਕਰੀਬਨ ਔਰ ਗਲਫ ਕੰਟਰੀ ਦੇ ਵਿੱਚ 15 ਆਫਿਸ ਨੇ ਜੀ। ਅਫਰੀਕਾ 'ਚ ਵੀ ਗਿਆ ਮੈਂ, ਈਸਟ ਅਫਰੀਕਾ 'ਚ, ਨਰੋਬੀ ਦੇ ਵਿੱਚ, ਕੰਪਾਲਾ ਦੇ ਵਿੱਚ, ਯੁਗੰਡਾ ਦੇ ਵਿੱਚ, ਤੰਜ਼ਾਨੀਆ ਦੇ ਵਿੱਚ ਗਿਆ ਮੈਂ, ਉੱਥੇ ਵੀ ਸਾਡੇ ਆਫਿਸ ਨੇ। ਔਰ ਇਹ ਤੋਂ ਇਲਾਵਾ ਫਿਰ ਯੂਰਪੀਅਨ ਕੰਟਰੀ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਮੈਂ ਸੈਮੀਨਾਰ ਕਰੇ ਨੇ। ਅੱਛਾ ਜੀ। ਪਿਛਲੇ 30 ਸਾਲਾਂ ਦੇ ਅੰਦਰ ਸਾਡੀ 30 ਸਾਲ ਪੁਰਾਣੀ ਕੰਪਨੀ ਆਲਮੋਸਟ ਹੋ ਗਈ ਹੈ। ਔਰ ਪਿਛਲੇ 28 ਸਾਲ ਦੇ ਵਿੱਚ ਤਕਰੀਬਨ 5 ਲੱਖ ਐਪਲੀਕੈਂਟ, ਸਿਰਫ ਅੱਛਾ ਇਕੱਲੇ ਐਪਲੀਕੈਂਟ, ਜਿਹੜੇ ਹੋਰ ਫੈਮਿਲੀ ਮੈਂਬਰ ਨੇ ਉਹ ਪਿੱਛੇ ਨੇ। ਜੀ ਜੀ। ਇਕੱਲੇ ਐਪਲੀਕੈਂਟ ਜਿਹੜੇ ਨੇ 5 ਲੱਖ ਅਸੀਂ ਪੜ੍ਹੇ ਲਿਖੇ ਜਿਹੜੇ ਚੰਗੇ ਔਰ ਬਾਹਰ ਆ ਕੇ ਵਧੀਆ ਸੈਟਲ ਹੋ ਸਕਦੇ ਉਹਨਾਂ ਨੂੰ ਅਸੀਂ ਮੇਨਲੀ ਜ਼ਿਆਦਾ 80% ਕੈਨੇਡਾ ਦੇ ਵਿੱਚ, ਬਾਕੀ ਆਸਟ੍ਰੇਲੀਆ 'ਚ, US ਦੀ ਗ੍ਰੀਨ ਕਾਰਡ ਵੀ ਕਰਦੇ ਹਾਂ ਅਸੀਂ, ਇੱਕ EV5 ਪ੍ਰੋਗਰਾਮ ਹੈ। ਇਹ ਤੋਂ ਇਲਾਵਾ ਯੂਰਪੀਅਨ ਕੰਟਰੀ ਦੇ ਵਿੱਚ ਸ਼ਨੇਗਨ ਦਾ ਵੀਜ਼ਾ ਹੈ। ਸੋ ਸਾਡੇ ਕੋਲ ਪੂਰਾ ਵਰਲਡ ਦਾ ਗ੍ਰਿਪ ਹੈ ਜੀ ਕਿ ਕਿਹੜਾ ਆਦਮੀ ਕਿਹੜੀ ਕੁਆਲੀਫਿਕੇਸ਼ਨ ਦੇ ਨਾਲ ਕਿਹੜੇ ਕੰਟਰੀ ਜਾ ਸਕਦਾ ਹੈ। ਸੋ 5 ਲੱਖ ਬੰਦਾ ਕਹਿਣਾ ਕੋਈ ਆਸਾਨ ਨਹੀਂ ਹੈ। ਇਹਦਾ ਮਤਲਬ ਇਹ ਹੈ ਤਕਰੀਬਨ 1500 ਐਪਲੀਕੈਂਟ ਹਰ ਮਹੀਨੇ ਅਸੀਂ ਹਵਾਈ ਜਹਾਜ਼ ਚਲਾਉਂਦੇ ਸੀ। ਸਾਡੀ ਕ੍ਰੈਡੀਬਿਲਿਟੀ ਜਿਹੜੀ ਹੈ ਓਨੈਸਟੀ ਔਰ ਇਮਾਨਦਾਰੀ। ਅੱਜ ਵੀ ਕੋਈ ਬੰਦਾ ਮੈਨੂੰ ਇਹ ਕਹਿ ਦੇਵੇ ਵੀ ਮੇਰੇ ਨਾਲ ਇਹ ਹੋਇਆ ਜਾਂ ਉਹ ਹੋਇਆ ਹੈ, ਕਿਉਂਕਿ ਕਈ ਵਾਰ ਫੈਮਿਲੀ 'ਚ ਪ੍ਰੋਬਲਮ ਹੋ ਜਾਂਦੀਆਂ ਨੇ ਜੀ। ਕਿਸੇ ਕੁੜੀ ਨੇ ਅਪਲਾਈ ਕੀਤਾ, ਮੁੰਡੇ ਨੇ ਕਰਿਆ, ਪੇਰੈਂਟ ਨਹੀਂ ਮੰਨੇ, ਉਹਨਾਂ ਦਾ ਪ੍ਰੋਸੈਸ ਚੱਲ ਵੀ ਰਿਹਾ ਹੈ, ਉਹਨਾਂ ਨੇ ਆ ਕੇ ਸਭ ਪੈਸੇ ਮੰਗੇ ਜੀ ਅਸੀਂ ਨਹੀਂ ਜਾਣਾ, ਠੀਕ ਆ ਬੱਚੇ ਲੈ ਜਾਓ ਪੈਸੇ। ਉਹੀ ਜਿਹੜੇ ਬੱਚੇ ਨੇ ਬਾਅਦ ਦੇ ਸਾਲ 2 ਸਾਲ ਬਾਅਦ ਫਿਰ ਆ ਗਏ ਜੀ ਅਸੀਂ ਤੁਹਾਡੇ ਕੋਲ ਪਹਿਲਾਂ ਆਏ ਸੀ, ਅਸੀਂ ਪੈਸੇ ਵਾਪਸ ਕਰਾ ਲਏ ਸੀ, ਉਹਨਾਂ ਫਿਰ ਅਸੀਂ ਐਨਰੋਲ ਕਰ ਲਈਦਾ। ਸੋ ਕੰਪਨੀ ਦੀ ਜਿਹੜੀ ਰੈਪੂਟੇਸ਼ਨ ਹੈ, ਫੰਡਾਮੈਂਟਲ ਪ੍ਰਿੰਸੀਪਲ ਜਿਹੜਾ ਓਨੈਸਟੀ ਔਰ ਕ੍ਰੈਡੀਬਿਲਿਟੀ ਤੇ ਖੜੀ ਹੈ। ਫਿਰ ਅਸੀਂ ਕੈਨੇਡੀਅਨ ਗਵਰਨਮੈਂਟ ਦੇ ਨਾਲ ਜਿਹੜਾ ਸਾਡੇ ਲਾਇਸੈਂਸਡ ਕੰਪਨੀ ਹੈ, ਇੰਡੀਆ ਦੇ ਵਿੱਚ ਇੱਕ POE ਹੁੰਦਾ, ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟ, ਉਹਦੇ ਤੇ ਅਸੀਂ ਲਾਇਸੈਂਸ ਰਹਿ ਗਏ ਪਿਛਲੇ 30 ਸਾਲ ਦੇ ਜੀ। ਤੇ ਜੇ ਕੋਈ ਕੰਪਲੇਂਟ ਹੁੰਦੀ ਹੈ ਕਿਸੇ ਦੀ, ਅੱਜ ਕੱਲ ਤਾਂ ਨੈਟ ਤੇ ਚੱਲਦਾ ਹੈ, ਕੰਪਲੇਂਟ ਪਾਉਂਦੇ ਨੇ, ਅਸੀਂ ਉਹਨੂੰ ਵਿਦਨ 8 to 10 ਨਾਲ ਕੰਪਲੇਂਟ ਨੂੰ ਸੈਟਲ ਕਰਕੇ ਜਿਹੜਾ ਹੈ ਅਸੀਂ ਦੱਸੀਦਾ ਤੁਹਾਨੂੰ ਉੱਥੇ ਜਾਣ ਦੀ ਕੀ, ਤੁਸੀਂ ਸਾਡੇ ਬ੍ਰਾਂਚ ਦੇ ਵਿੱਚ ਆ ਜਾਓ, ਜੇ ਤੁਹਾਨੂੰ ਕੋਈ ਇਸ਼ੂ ਹੈ ਤੇ ਅਸੀਂ ਉਹਨੂੰ ਜਿਹੜਾ ਹੈ ਪ੍ਰੋਮਪਟਲੀ ਉਹਨਾਂ ਨੂੰ ਹੈਂਡਲ ਕਰਦੇ ਹਾਂ। ਉਹ ਪ੍ਰੋਬਲਮ ਕੀ ਹੁੰਦੀ ਹੈ, ਉਹਨਾਂ ਨੇ ਸਰਵਿਸ ਰਿਟੇਨ ਕਰੀਆਂ, ਪਹਿਲਾਂ ਕਿਹਾ ਸੀ ਮੈਂ ਆਈਲੈਟ ਲੈ ਲਾਂਗਾ, 8-9 ਲੈ ਲਾਂਗਾ, ਹੋਇਆ ਨਹੀਂ 6 ਤੇ ਫਿਰ ਉਹ ਪੈਸੇ ਮੋੜ ਦੋ, ਵਾਪਸ ਕਰੋ ਜੀ ਸਾਡੇ ਜੋ ਹੈ, ਤਾਂ ਉਹਦੇ ਕਰਕੇ ਉਹ ਕੰਪਲੇਂਟ ਪਾ ਦਿੰਦੇ ਨੇ। ਬਟ ਡਜ਼ਨਟ ਮੈਟਰ, ਜਿਹੜਾ ਹੈ ਜਿਹੜੇ ਉਹ ਨਹੀਂ ਕੁਆਲੀਫਾਈ ਕਰ ਸਕਦੇ ਉਹਨਾਂ ਦੇ ਪੈਸੇ ਉਹਨਾਂ ਨੂੰ ਮੁੜਨੇ ਚਾਹੀਦੇ ਨੇ। ਤੋ ਕੰਪਨੀ ਦੀ ਜਿਹੜੀ ਸਟਰੈਂਥ ਹੈ ਜੀ, ਇਹ ਬਹੁਤ ਸਟਰੋਂਗ ਹੈ, ਫਾਊਂਡੇਸ਼ਨ ਬਹੁਤ ਸਟਰੋਂਗ ਹੈ। ਅਸੀਂ ਪਾਇਨੀਅਰ ਹਾਂ ਇਸ ਕੰਪਨੀ ਦੇ ਵਿੱਚ, ਮਲਟੀਨੈਸ਼ਨਲ ਕੰਪਨੀ ਹੈ। ਔਰ ਜਿਹੜਾ ਸਾਡਾ ਜਿਹੜਾ ਸੈਟਅਪ ਹੈ, ਚੇਅਰਮੈਨ, ਮੈਨੇਜਿੰਗ ਡਾਇਰੈਕਟਰ ਤੋਂ ਲੈ ਕੇ
ਮੇਰੇ 2 ਬੇਟੇ ਡਾਇਰੈਕਟਰ ਨੇ, ਇੱਕ ਕੈਨੇਡਾ ਰਹਿੰਦਾ ਹੈ, ਇੱਕ ਇੰਡੀਆ ਹੈ। ਉਹ ਤੋਂ ਇਲਾਵਾ ਥੱਲੇ CEO ਹੈ, ਔਰ ਥੱਲੇ ਜਿਹੜੇ ਹੋਰ ਬ੍ਰਾਂਚ ਮੈਨੇਜਰ ਜਾਂ ਜਿਹੜੇ ਨੇ ਆਪਣੇ BPs ਨੇ, ਜਨਰਲ ਮੈਨੇਜਰ ਨੇ, ਮੈਨੇਜਰਸ ਨੇ। ਇਹ ਤਰੀਕੇ ਦੇ ਨਾਲ ਅਸੀਂ ਸਾਰੀ ਪਾਵਰ ਡੈਲੀਗੇਟ ਕੀਤੀਆਂ ਹੋਈਆਂ ਨੇ ਜੀ ਸਾਰਿਆਂ ਨੂੰ। ਕੋਈ ਅਸੀਂ ਉਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਕਰਦੇ। ਸਾਡੇ ਆਪਣੇ EMPLOYEES ਨੇ, ਸਾਡੇ ਸੈਲਰੀ ਤੇ ਨੇ, ਚਾਹੇ ਉਹ ਇੰਡੀਆ 'ਚ ਨੇ, ਓਵਰਸੀਜ਼ ਨੇ। ਤਕਰੀਬਨ ਮੋਰ ਦੈਨ 500 ਟੌਪ ਕਲਾਸ ਜਿਹੜੇ ਪ੍ਰੋਫੈਸ਼ਨਲਸ ਨੇ, ਇਮਾਨਦਾਰ ਨੇ, ਜਿਨ੍ਹਾਂ 'ਚ ਇੰਟੈਗ੍ਰਿਟੀ ਹੈ, ਉਹ ਸਾਰੇ ਕੰਮ ਕਰਦੇ ਨੇ ਰਾਉਂਡ ਦੀ ਕਲੌਕ। ਕੋਈ ਵੀ ਐਪਲੀਕੈਂਟ ਪ੍ਰੋਸਪੈਕਟਿਵ ਕਿਸੇ ਵੀ ਜਗ੍ਹਾ ਤੋਂ ਅਪਲਾਈ ਕਰੇ, ਸਾਡਾ ਆਟੋਮੇਟਡ ਸਿਸਟਮ ਹੈ, ਬਹੁਤ ਫਾਸਟ ਹੈ। ਵਿਦਿਨ ਅ ਸੈਕਿੰਡ 5 ਸੈਕਿੰਡ ਅਸੀਂ ਉਹਨੂੰ ਉਹਦਾ ਸਟੇਟਸ ਦੱਸ ਦਈਦਾ, ਕਿਉਂਕਿ ਕੰਪਿਊਟਰ ਲੱਗੇ ਹੋਏ ਨੇ, ਸਾਡੇ ਲੇਟੈਸਟ ਕੰਪਿਊਟਰ ਨੇ। ਸਰਵਰ ਜਿਹੜੇ ਸਾਡੇ ਨੇ ਬਹੁਤ ਹੀ ਨਿਊਲੀ ਸਰਵਰ ਨੇ ਸਾਰੇ। ਸੋ ਸਾਡੀ ਜਿਹੜੀ ਹੈ IT ਹੈ ਅਪ ਟੂ ਡੇਟ ਹੈ। ਸਾਡੇ ਜਿਹੜੇ EMPLOYEES ਨੇ ਬਹੁਤ ਹੀ ਜ਼ਿਆਦਾ ਸੈਂਸਿਟਿਵ ਨੇ ਟੂ ਦੀ ਕਲਾਇੰਟਸ ਨੀਡ, ਟੂ ਦੇ ਸਰਵਿਸਿੰਗ। ਸਾਡੇ ਜਿਹੜਾ ਯੂਨੀਕ ਇੱਕ ਹੋਰ ਕੁਆਲਿਟੀ ਜਿਹੜੀ ਮੈਂ ਆਰਗੇਨਾਈਜੇਸ਼ਨ ਦੇਖੀ ਹੈ ਜੀ, ਜਦੋਂ ਮੈਂ ਕੈਨੇਡਾ 'ਚ ਆਇਆ, ਮੇਰਾ ਆਕੂਪੇਸ਼ਨ ਤਾਂ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਜੀ। 1988 ਦੇ ਵਿੱਚ ਜਦੋਂ ਮੈਂ ਆਇਆ, ਮੈਨੂੰ ਪਹਿਲੇ 3-4 ਦਿਨ ਦੇ ਵਿੱਚ 3-4 ਕੰਪਨੀਆਂ ਨੇ ਬੁਲਾਇਆ। ਮੇਰੀ ਕੁਆਲੀਫਿਕੇਸ਼ਨ ਬਹੁਤ ਹਾਈ ਸੀ, ਔਰ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਸੈਲਰੀ ਆਪਣੀ ਸੈਟਲ ਕਰੋ, ਕੀ ਕਰਨੀ ਹੈ ਜੀ। ਇੰਨੀ ਡਿਮਾਂਡ ਸੀ ਲੈਂਡ ਸਰਵੇਅਰ ਦੀ, ਮਾਸਟਰ ਕਰੀ ਹੋਈ ਸੀ ਮੈਂ। ਪਰ ਜਿਹੜੇ ਇਮੀਗ੍ਰੈਂਟ ਬਾਅਦ ਦੇ ਵਿੱਚ ਆਏ ਨੇ ਜਾਂ ਉਹਨਾਂ ਨੂੰ ਇੱਥੇ ਆ ਕੇ ਸੈਟਲਮੈਂਟ ਦੀ ਬੜੀ ਪ੍ਰੋਬਲਮ ਹੁੰਦੀ ਹੈ, ਰਿਸ਼ਤੇਦਾਰ ਨਹੀਂ ਸੰਭਾਲਦੇ। ਇੱਥੇ ਦਾ ਜਿਹੜਾ ਤੌਰ ਤਰੀਕੇ ਦਸਤੂਰ ਅਲੱਗ ਹੈ, ਇੰਡੀਆ ਵਾਲੀ ਮਹਿਮਾਨਬਾਜ਼ੀ ਨਹੀਂ ਹੈ, ਕਿਉਂਕਿ ਹਰ ਬੰਦੇ ਦਾ ਖਰਚਾ ਹੁੰਦਾ ਹੈ। ਕੋਈ 2-4 ਦਿਨ ਦੀ ਮਹਿਮਾਨਬਾਜ਼ੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜੇ ਰਿਸ਼ਤੇਦਾਰ ਵੀ ਨੇ ਉਹਨਾਂ ਨੂੰ ਕਹਿੰਦੇ ਵੀ ਚਲੋ ਅਸੀਂ ਤੁਹਾਨੂੰ ਆਪਣਾ ਸੈਪਰੇਟ ਕਰ ਦਿੰਦੇ ਹਾਂ। ਸੋ ਉਹਨਾਂ ਨੂੰ ਜਿਹੜਾ ਹੈ ਰੀਸੈਟਲਮੈਂਟ ਪਲਾਨ ਔਰ ਉਹਨਾਂ ਨੂੰ ਜਲਦੀ ਤੋਂ ਜਲਦੀ ਜੌਬ ਲੈ ਕੇ ਦੇਣਾ, ਇਹ ਬਹੁਤ ਬੜਾ ਚੈਲੰਜ ਸੀ ਸਾਡੇ ਲਈ। ਤੋ ਅਸੀਂ ਜਿਹੜੀਆਂ ਨੇ GPS ਕੰਪਨੀ ਸੈਟਅਪ ਕਰੀ, ਗਲੋਬਲ ਪਲੇਸਮੈਂਟ ਸਰਵਿਸ ਟੋਰਾਂਟੋ ਦੇ ਵਿੱਚ। ਅਸੀਂ ਕੰਪਨੀਆਂ ਦੇ ਨਾਲ ਕੰਟੈਕਟ ਕਰਿਆ, ਕੈਨੇਡੀਅਨ ਕੰਪਨੀਆਂ ਦੇ ਨਾਲ। ਸਾਡੇ ਕੋਲ ਹੰਡਰਡਸ ਆਫ ਜੌਬ ਆਰਡਰ ਆਉਣ ਲੱਗ ਗਏ। ਫਿਰ ਅਸੀਂ ਉਹ ਜਿਹੜੇ ਜੌਬ ਆਰਡਰ ਨੇ ਇੰਡੀਆ ਦੇ ਵਿੱਚ ਹੀ ਭੇਜਣੇ ਜਾਂ ਬ੍ਰਾਂਚ ਦੇ ਵਿੱਚ ਭੇਜਣੇ। ਇਹ ਜੌਬ ਦੇ ਸਾਨੂੰ ਜਿਹੜੇ ਫਿੱਟ ਹੁੰਦੇ ਨੇ ਇਹ ਦੱਸੋ। ਫਿਰ EMPLOYER ਦੇ ਨਾਲ ਅਸੀਂ ਉਹਨੂੰ ਥਰੂ ਕਰਨਾ, ਉਹਨਾਂ ਨੂੰ ਆਨਲਾਈਨ ਉਹਨਾਂ ਦੀ ਟ੍ਰੇਨਿੰਗ ਦੇਣੀ। ਫਿਰ ਜਦੋਂ ਤੁਸੀਂ ਆਉਨੇ ਹੋ, ਤੁਹਾਨੂੰ 에ਅਰਪੋਰਟ ਤੋਂ ਪਿਕਅਪ ਕਰਨਾ। ਸਾਡੀਆਂ ਗੱਡੀਆਂ ਲੱਗੀਆਂ ਹੋਈਆਂ ਨੇ, ਗੈਸਟ ਹਾਊਸ ਨੇ ਸਾਡੇ, ਔਰ ਪਿਕਅਪ ਕਰਕੇ ਤੁਹਾਡਾ ਜਿਹੜਾ SIN ਕਾਰਡ ਲੈ ਕੇ ਦੇਣਾ, ਮੈਡੀਕਲ ਕਾਰਡ ਲੈ ਕੇ ਦੇਣਾ, ਹੋਰ ਜਿਹੜੀਆਂ ਸਰਵਿਸ ਨੇ ਸਾਰੀਆਂ ਤੁਹਾਨੂੰ ਗੈਸਟ ਹਾਊਸ ਦੇ ਵਿੱਚ ਜਿਹੜਾ ਹੈ ਕੰਫਰਟੇਬਲ ਕਰਨਾ, ਥੋੜਾ ਰੋਟੀ ਪਾਣੀ ਸਾਰਾ ਅਰੇਂਜਮੈਂਟ ਕਰਨਾ। ਉਹ ਸਾਰੀ ਜਿਹੜੀਆਂ ਪੋਸਟ ਲੈਂਡਿੰਗ ਸਰਵਿਸ ਦੇ ਵਿੱਚ ਇਨਕਲੂਡਡ ਸੀ। ਅੱਛਾ, ਮੈਨੂੰ ਹੁਣ ਇਹ ਦੱਸਿਓ, ਤੁਸੀਂ ਲੈਂਡ ਸਰਵੇਅਰ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਏ, ਕੀ ਕਾਰਨ ਸੀ ਕਿ ਤੁਹਾਡੇ ਤੇ ਅੱਗੇ ਪਿੱਛੇ ਜੌਬਸ ਫਿਰਦੀਆਂ ਸੀ? ਤੁਹਾਡਾ ਨਿੱਜੀ ਤਜਰਬਾ ਕੋਈ ਨਹੀਂ ਇਮੀਗ੍ਰੇਸ਼ਨ ਦੇ ਨਾਲ, ਕਿ ਮਦਦ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਦੀ ਕਰਨ ਲੱਗ ਪਏ? ਇਦਾਂ ਸੀ ਕਿ ਬੈਨੀਵਾਲ ਜੀ, ਕਿ ਜਦੋਂ ਮੈਂ ਦੇਖਿਆ ਕਿ ਲੋਕ ਉਹਨਾਂ ਦਿਨਾਂ ਦੇ ਵਿੱਚ ਰਿਫਿਊਜੀ ਬਹੁਤ ਤੁਰੇ ਫਿਰਦੇ ਸੀ। ਤੁਸੀਂ ਕਿਸੇ ਗਰੋਸਰੀ ਸਟੋਰ ਦੇ ਵਿੱਚ ਕੋਈ ਮਾਰਕੀਟ ਜਾਂਦੇ ਹੋ, ਉੱਥੇ ਤਕਰੀਬਨ 25-30% ਦਾ ਰਿਫਿਊਜੀ ਹੋਏ ਸੀ, ਕਾਊਂਟਰ ਤੇ ਵੀ ਖੜੇ ਹੁੰਦੇ ਸੀ। ਤੋ ਮੇਰਾ ਜਿਹੜਾ ਐਟੀਟਿਊਡ ਹੈ ਫਿਲਾਨੋਥ੍ਰੋਪਿਕ, ਇੱਕ ਕਿਸਮ ਦਾ ਵੈਲਫੇਅਰ ਟਾਈਪ ਦਾ ਹੈ ਕਿ ਜਿਹੜੇ ਬੰਦਿਆਂ ਦੀ ਮਦਦ ਕੀਤੀ ਜਾਵੇ। ਚਲੋ ਮੇਰੀ ਜਿਹੜੀ ਹੈ ਆਪਣੀ ਸਰਵਿਸ 5 ਸਾਲ ਮੈਂ ਕਰ ਲਈ ਸੀ, ਅੱਛੀ ਇਨਕਮ ਸੀ ਮੇਰੀ, ਉਹਦੀ ਕੋਈ ਪ੍ਰੋਬਲਮ ਨਹੀਂ ਸੀ ਮੈਨੂੰ। ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਕੰਸਲਟੈਂਟ ਰੱਖ ਲਓ ਐਜ਼ ਐਡਵਾਈਜ਼ਰ, ਮੈਂ ਫੁੱਲ ਟਾਈਮ ਨਹੀਂ ਕਰਨਾ ਚਾਹੁੰਦਾ। ਬਟ ਇਹਦੇ 'ਚ ਮੈਨੂੰ ਜਿਹੜਾ ਬੜਾ ਐਕਸਾਈਟਿੰਗ ਰੋਲ ਲੱਗਿਆ ਇਮੀਗ੍ਰੇਸ਼ਨ ਦੇ ਵਿੱਚ, not to make money but to provide services to the people। ਮਨੀ ਇਨਸੀਡੈਂਟਲ ਮਨੀ ਤਾਂ ਆਉਣੀ ਹੈ, ਠੀਕ ਹੈ, ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਫ੍ਰੀ ਕਰਦੇ ਹਾਂ, ਠੀਕ ਹੈ, ਉਹ ਨਹੀਂ ਹੈ। ਪਰ ਮੈਂ ਦੇਖਿਆ ਵੀ ਸਾਨੂੰ ਇੱਥੇ ਕਿਸੇ ਨੂੰ ਜ਼ਰੂਰਤ ਹੈ, ਲੋਕ ਜਿਹੜੇ ਗੁੰਮਰਾਹ ਨੇ ਉਹਨਾਂ ਨੂੰ ਐਨਲਾਈਟਨ ਕਰਨ ਦਾ, ਪੜ੍ਹਾਉਣ ਦਾ, ਸਹੀ ਤਰੀਕੇ ਦੇ ਨਾਲ ਲੀਗਲ ਵੇ ਦੇਣਾ। ਸੋ ਦੈਟ ਵਾਜ਼ ਮਾਈ ਮਿਸ਼ਨ ਕਿ ਅਸੀਂ ਉਹਨੂੰ ਟੇਕ ਅਪ ਕਰ ਲਿਆ। ਅੱਛਾ, ਉਹ ਤੁਸੀਂ ਕਰਦੇ ਰਹੇ। ਤੁਸੀਂ ਦੱਸਿਆ ਕਿ 1988 ਤੋਂ ਲੈ ਕੇ 93 ਦੇ ਵਿੱਚ ਦਫ਼ਤਰ ਖੋਲੇ, ਹੁਣ ਦੁਨੀਆ ਭਰ ਦੇ ਵਿੱਚ ਤੁਹਾਡੇ ਬ੍ਰਾਂਚੇਸ ਨੇ, ਦੁਨੀਆ ਭਰ ਦੇ ਵਿੱਚ ਆਫਿਸ ਨੇ। ਹੁਣ ਜੇ ਆਪਾਂ ਦੇਖੀਏ ਕਿ ਸਰੀ ਪੰਜਾਬੀਆਂ ਨਾਲ ਭਰੀ ਹੋਈ ਹੈ, ਸਰੀ ਦੇ ਵਿੱਚ ਹਾਲੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿਸੇ ਨੂੰ ਕਿਸੇ ਤਰੀਕੇ ਆ ਗਏ, ਕਿਸੇ ਨੇ ਝਾਂਸਾ ਦੇ ਕੇ ਚੜਾ ਦਿੱਤੇ,
ਕਦੇ ਕਹਿੰਦੇ ਕੈਨੇਡਾ ਖੁੱਲ ਗਿਆ ਜੀ, ਕਦੇ ਕੈਨੇਡਾ ਬੰਦ ਹੋ ਗਿਆ। ਇੱਥੇ ਵੀ ਤੁਰੇ ਫਿਰਦੇ ਉਹ ਬੰਦੇ ਜਿਹੜਿਆਂ ਨੂੰ ਵਿਚਾਰਿਆਂ ਨੂੰ ਅਗਲਾ ਰਸਤਾ ਪਤਾ ਨਹੀਂ। ਕਿ ਤੁਸੀਂ ਸੋਚਦੇ ਹੋ ਕਿ ਟੋਰਾਂਟੋ ਤੋਂ ਸ਼ੁਰੂਆਤ ਕਰਕੇ ਦੁਨੀਆ 'ਚ ਤੁਸੀਂ ਐਨ ਪੂਰੀ ਦੁਨੀਆ ਨੂੰ ਰੌਸ਼ਨੀ ਦਿਖਾਉਂਦੇ ਫਿਰਦੇ ਹੋ। ਸਰੀ ਵਿੱਚ ਵੀ ਤੁਹਾਡੀ ਕੋਈ ਬ੍ਰਾਂਚ ਹੈ ਜੀ? ਸਰੀ ਦੇ ਵਿੱਚ ਸਾਡੀ ਬ੍ਰਾਂਚ ਹੈ, ਜੋਤਨਪ੍ਰੀਤ ਇੱਥੇ ਆਏ ਹੋਏ ਨੇ, ਉਹ ਸਾਡੇ BM ਨੇ। ਅੱਛਾ ਜੀ। ਔਰ ਮੈਂ ਵੀ ਸਰੀ ਆਫਿਸ 'ਚ ਬੈਠਾਂਗਾ, ਜਿਹੜੇ ਮੈਨੂੰ ਮਿਲਣਾ ਚਾਹੁੰਦੇ ਨੇ ਆ ਕੇ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਨੇ। 16 ਅਕਤੂਬਰ ਤੋਂ 20 ਅਕਤੂਬਰ ਤੱਕ ਮੈਂ ਟੋਰਾਂਟੋ ਜਾ ਰਿਹਾ। ਅੱਛਾ ਜੀ। ਟੋਰਾਂਟੋ ਸਾਡਾ ਵੱਡਾ ਆਫਿਸ ਹੈ, ਬਹੁਤ ਪੁਰਾਣਾ ਆਫਿਸ ਹੈ, ਪਿਛਲੇ 30 ਸਾਲ ਦਾ ਹੈ। ਠੀਕ ਹੈ। ਔਰ ਇਹ ਜਿਹੜਾ ਸਰੀ ਆਫਿਸ ਹੈ, ਇਹਨੂੰ ਖੋਲ੍ਹੇ ਨੂੰ ਸਿਰਫ 6 ਮਹੀਨੇ ਹੋਏ ਨੇ। ਅੱਛਾ ਜੀ। ਅਸੀਂ ਦੇਖਿਆ ਵੀ ਇਹ ਨੀਡ ਹੈਗੀ ਹੈ ਇੱਥੇ। ਇਮੀਗ੍ਰੇਸ਼ਨ ਕੰਪਨੀਆਂ ਹੋਰ ਬਹੁਤ ਹੋਣੀਆਂ ਨੇ, ਮੈਂ ਕਿਸੇ ਦੇ ਬਾਰੇ ਕੋਈ ਬੁਰਾ ਨਹੀਂ ਕਹਿਣਾ ਚਾਹੁੰਦਾ। ਸਾਰੇ ਆਪਣਾ ਆਪਣਾ ਜੋ ਕੰਮ ਕਰ ਰਹੇ ਨੇ, ਨਾ ਹੀ ਮੈਂ ਕਦੇ ਕਿਸੇ ਦੇ ਪੁਲਿਸਿੰਗ ਕਰੀ ਹੈ। ਤੋ ਸਾਡੀ ਸਰਵਿਸ ਜਿਹੜੀਆਂ ਨੇ ਉਹ ਹਟ ਕੇ ਨੇ, ਡਿਫਰੈਂਟ ਨੇ। ਔਰ ਇਹਦੇ ਵਿੱਚ ਜਿਹੜੇ ਪ੍ਰੋਗਰਾਮ ਅੱਜ ਕੱਲ੍ਹ ਚੱਲ ਰਹੇ ਨੇ, ਕੈਨੇਡਾ ਨੂੰ ਇਮੀਗ੍ਰੈਂਟ ਦੀ ਬਹੁਤ ਜ਼ਰੂਰਤ ਹੈ ਜੀ। ਕੈਨੇਡਾ ਦੀ ਜਿਹੜੀ ਇਕਨੋਮੀ ਹੈ ਉਹਨੂੰ ਫਿਊਲ ਕਰਨ ਵਾਲੇ ਜਿਹੜੇ ਨੇ ਉਹ ਇਮੀਗ੍ਰੈਂਟ ਨੇ। ਦਰੁਸਤ। ਕੈਨੇਡਾ ਨੂੰ 4 ਲੱਖ ਇਮੀਗ੍ਰੈਂਟ ਹਰ ਸਾਲ ਚਾਹੀਦਾ, ਕਿਉਂਕਿ ਕੈਨੇਡਾ ਦੀ ਏਜਿੰਗ ਪਾਪੂਲੇਸ਼ਨ ਹੈ ਔਰ ਇਹਨਾਂ ਦੀ ਜਿਹੜੀ ਪਾਪੂਲੇਸ਼ਨ ਗਰੋਥ 0 ਹੈ ਜੀ। ਇਹ ਇਮੀਗ੍ਰੈਂਟ ਨੇ ਜਿਹੜੇ ਆ ਕੇ ਇਕਨੋਮੀ ਨੂੰ ਫਿਊਲ ਅਪ ਕਰਦੇ ਨੇ। ਸੋ ਕੈਨੇਡਾ ਲਈ ਇਹ ਬਹੁਤ ਮੈਂਡੇਟਰੀ ਹੈ। ਹੁਣ 2 ਸਾਲ ਦੇ ਵਿੱਚ ਇਹ ਪੈਂਡੇਮਿਕ ਕਰਕੇ ਜਿਹੜਾ ਕੋਈ ਇਹਦਾ ਇਮੀਗ੍ਰੇਸ਼ਨ ਤੇ ਵੀ ਕਾਫੀ ਅਸਰ ਹੈ ਜੀ। ਬਹੁਤ ਅਸਰ ਪਿਆ, ਬਹੁਤ ਜ਼ਿਆਦਾ। 1 ਸਾਲ ਦੇ ਵਿੱਚ ਸਿਰਫ 30,000 ਇਮੀਗ੍ਰੈਂਟ ਆਏ ਨੇ। ਪ੍ਰੋਸੈਸਿੰਗ ਬੰਦ ਹੋ ਗਈ, ਕੈਨੇਡੀਅਨ ਹਾਈ ਕਮਿਸ਼ਨਸ ਬੰਦ ਹੋ ਗਏ। ਠੀਕ ਹੈ। ਸੋ ਲੋਕ ਜਿਹੜੇ ਇਮੀਗ੍ਰੈਂਟ ਸੀ ਉਹ ਵੀ ਤਰ੍ਹਾਂ ਕਰਦੇ ਸੀ, ਅਸੀਂ ਸਾਡੀ ਇਹਨਾਂ ਦੀਆਂ ਫੀਸਾਂ ਜਮ੍ਹਾਂ ਕਰਾਈਆਂ ਹੋਈਆਂ ਨੇ, ਉਹਦੇ ਕੈਨੇਡੀਅਨ ਹਾਈ ਕਮਿਸ਼ਨ ਦੇ ਨਾਲ ਸਾਡਾ ਕੀ ਬਣੇਗਾ। ਅਸੀਂ ਉਹਨਾਂ ਨੂੰ ਬੜੀ ਤਸੱਲੀ ਦਿੱਤੀ, ਖਾਸ ਕਰ ਜੇ ਸਾਡੇ ਕਲਾਇੰਟ ਸੀ ਜੀ, ਬਈ ਤੁਸੀਂ ਬੇਫਿਕਰ ਰਹੋ। ਔਰ ਕੈਨੇਡਾ ਇੱਕ ਬਹੁਤ ਸੱਚਾ ਸੁੱਚਾ ਕੰਟਰੀ ਹੈ, ਤੁਹਾਡੀ ਫੀਸ ਨੂੰ ਕੁਝ ਨਹੀਂ ਹੋਏਗਾ। ਹੁਣੇ ਹੌਲੀ ਹੌਲੀ ਖੁੱਲ ਗਿਆ, ਉੱਥੋਂ ਫਲਾਈਟਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਮੈਂ ਵੀ 에ਅਰ ਕੈਨੇਡਾ ਦੇ ਵਿੱਚ ਆ ਜੀ, ਡਾਇਰੈਕਟ ਫਲਾਈਟ ਆਉਂਦੀ ਆ ਜੀ ਜੀ, 4-5 ਦਿਨ ਹੋ ਗਏ ਪਹਿਲਾਂ। ਸੋ ਇਸ ਕਰਕੇ ਜਿਹੜਾ ਹੈ ਇਹ ਤਾਂ ਸਾਰੇ ਪੂਰੇ ਵਰਲਡ ਦੇ ਵਿੱਚ ਪੈਂਡੇਮਿਕ ਨੇ ਮਾਰ ਮਾਰੀ ਹੈਗੀ ਆ, ਪਰ ਅਸੀਂ ਆਪਣੀ ਸਰਵਿਸਿਜ਼ ਇਹਦੇ ਵਿੱਚ ਵੀ ਜਿਹੜੀਆਂ ਨੇ ਸ਼ੁਰੂ ਰੱਖੀਆਂ ਨੇ। ਆਨਲਾਈਨ ਸਰਵਿਸਿਜ਼ ਸੀ ਸਾਡੀਆਂ, EMPLOYEES ਲਈ ਵਰਕ ਫਰਮ ਹੋਮ ਸੀ, ਔਰ ਅਸੀਂ ਹਮੇਸ਼ਾ ਕਲਾਇੰਟ ਦੇ ਨਾਲ 24 ਘੰਟੇ ਇਨ ਟੱਚ ਰਹੇ ਹੈਗੇ ਆ। ਹੁਣੇ ਖੁੱਲ ਰਹੇ ਨੇ ਪ੍ਰੋਗਰਾਮ, PNP ਦੇ ਪ੍ਰੋਗਰਾਮ ਜਿਹੜਾ ਹੈ ਕੈਨੇਡੀਅਨ ਜਿਹੜਾ ਆਪਣਾ ਐਕਸਪੀਰੀਅੰਸ ਦਾ ਵਾਲਾ ਹੈ ਉਹ ਖੁੱਲ ਗਏ ਨੇ, PNP ਖੁੱਲ ਗਏ ਨੇ। ਫਿਰ ਲੀਮੀਆ ਦਾ ਪ੍ਰੋਗਰਾਮ ਵਰਕ ਪਰਮਿਟ ਦਾ ਹੈ, ਜਿਹੜੇ ਇੱਥੇ ਵਿਜ਼ਿਟ ਵੀਜ਼ਾ ਤੇ ਆਏ ਨੇ, ਲੀਗਲ ਵੇਨ ਆਏ ਨੇ, ਉਹਨਾਂ ਲਈ ਅਸੀਂ ਵੀ ਵਰਕ ਪਰਮਿਟ ਕਰਦੇ ਹਾਂ। ਉਹ ਆ ਕੇ ਸਰਵਿਸਿਜ਼ ਲੈ ਸਕਦੇ ਨੇ, ਔਰ ਉਹ ਤਕਰੀਬਨ ਵਿਦਿਨ 1 ਈਅਰ ਉਹਨਾਂ ਨੂੰ ਜਿਹੜੀ PR ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ, ਸਟੂਡੈਂਟ ਪੜ੍ਹਦੇ ਨੇ, ਪੜ੍ਹਨ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ ਜਿੰਨੀ ਉਹਨਾਂ ਨੇ ਸਟੱਡੀ ਪੂਰੀ ਕਰੀ ਹੈ ਉਹ, ਔਰ ਫਿਰ ਉਹ ਤੋਂ ਬਾਅਦ ਉਹਨਾਂ ਨੇ ਉਹ ਆਪਣਾ ਪਰਮਾਨੈਂਟ ਇਮੀਗ੍ਰੇਸ਼ਨ ਲਈ ਅਪਲਾਈ ਕਰ ਸਕਦੇ ਨੇ। ਕਲਨ ਸੰਧੂ ਸਾਹਿਬ ਇੱਕ ਹੋਰ ਦੱਸਿਓ, ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਹੋਣਗੇ ਜਿਹੜੇ ਜਦੋਂ ਕਿਤੇ ਜਾਂਦੇ ਨੇ ਜਾਂ ਤਾਂ ਉਹ ਓਵਰ ਕੌਨਫੀਡੈਂਟ ਨੇ, ਜਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਇਹ ਤਾਂ ਕੰਮ ਮੇਰਾ ਚੁਟਕੀ ਤੇ ਮੈਂ ਕਰ ਲੈਣਾ। ਤੁਹਾਡੇ ਕੋਲ ਵੀ ਤੁਸੀਂ ਜਿਹੜੇ ਪ੍ਰੋਸਪੈਕਟਸ ਨੇ ਜਿਹੜੇ ਕੈਨੇਡਾ ਆਉਣਾ ਚਾਹੁੰਦੇ ਨੇ, ਬਿਲਕੁਲ ਹਾਂ ਬਿਲਕੁਲ ਠੀਕ ਹੈ, ਉਹ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਲੱਗਦਾ ਲੈ ਜੀ ਆਹ ਤਾਂ ਗੱਲ ਹੀ ਕੁਛ ਨਹੀਂ, ਤੁਸੀਂ ਮੈਨੂੰ ਦੱਸਿਓ ਆਪਾਂ ਕਰ ਲੈਣਾ। ਜਾਂ ਉਹਨਾਂ ਨੂੰ ਪਤਾ ਨਹੀਂ, ਕੋਈ ਇਹ ਲੱਗਦਾ ਕਿ ਕੰਮ ਹੈ ਹੀ ਕੱਖ ਨਹੀਂ। ਉਹ ਜਿਹੜੀਆਂ ਐਪਲੀਕੇਸ਼ਨਸ ਨੇ ਜਾਂ ਉਹ ਐਪਲੀਕੈਂਟ ਨੇ, ਉਹਨਾਂ ਨੂੰ ਸਮਝਾਉਣ ਦੇ ਵਾਸਤੇ ਕੀ ਕੀਤਾ ਜਾ ਸਕਦਾ ਜਾਂ ਤੁਸੀਂ ਕੀ ਕਰਦੇ ਹੋ? ਉਹਦੇ ਜਿਹੜੇ ਤੁਹਾਡਾ ਆਈਡੀਆ ਬਿਲਕੁਲ ਠੀਕ ਹੈ। ਜਿਹੜੇ ਆਪਣੇ ਹੈਗੇ ਨੇ ਕੌਨਫੀਡੈਂਟ ਨੇ, ਐਗਜ਼ੂਬਰੈਂਟ ਉਹਨਾਂ ਨੂੰ ਕਹਿੰਦੇ ਆ, ਜਿਹੜੇ ਐਗਜ਼ੂਬਰੈਂਟ ਐਪਲੀਕੈਂਟਸ ਨੇ, ਉਹ ਆਪਣੇ ਆਪ ਨੂੰ ਸੋਚਦੇ ਨੇ ਵੀ ਇਹ ਤਾਂ ਗੱਲ ਹੀ ਕੁਛ ਨਹੀਂ ਹੈ, ਠੀਕ ਹੈ, ਅਸੀਂ ਆਪਣੇ ਆਪ ਉਹ ਕਰ ਸਕਦੇ ਹਾਂ। ਉਹ ਜਦੋਂ ਫਾਈਲ ਕਰਦੇ ਨੇ ਆਪਣੀ ਐਪਲੀਕੇਸ਼ਨ ਨੂੰ ਮੈਸਅਪ ਕਰ ਲੈਂਦੇ ਨੇ, ਬੜੀ ਕੰਪਲੀਕੇਟਡ ਉਹਨੂੰ ਬਣਾ ਲੈਂਦੇ ਨੇ। ਤੇ ਉਹ ਜਦੋਂ ਤੁਸੀਂ ਕੋਈ ਵੀ ਐਪਲੀਕੇਸ਼ਨ ਲਾਉਨੇ ਹੋ, ਉਹ ਤੁਹਾਡੀ ਐਪਲੀਕੇਸ਼ਨ ਕੈਨੇਡੀਅਨ ਹਾਈ ਕਮਿਸ਼ਨ ਦੇ ਰੈਕੋਰਡ ਚਲੀ ਜਾਂਦੀ ਹੈ। ਜਦੋਂ ਦੁਬਾਰਾ ਠੀਕ ਕਰਨਾ ਹੁੰਦਾ, ਉਹਨੂੰ ਕਹਿੰਦੇ ਵੀ ਤੁਸੀਂ ਤਾਂ ਇਨਫੋਰਮੇਸ਼ਨ ਦਿੱਤੀ ਪਹਿਲਾਂ ਜੀ। ਕਈ ਵਾਰ ਉਹ ਗੁੰਝਲਾਂ ਨੂੰ ਸੋਲਵ ਕਰਨਾ ਸਾਡੇ ਲਈ ਵੀ ਪ੍ਰੋਬਲਮ ਹੋ ਜਾਂਦਾ। ਮੈਂ ਕਹਿੰਦਾ ਤੁਸੀਂ ਮੈਨੂੰ ਕੋਈ ਵੀ ਕੰਪਲੀਕੇਟਡ ਕੇਸ ਦਿਓ ਜੀ ਕੈਨੇਡਾ ਦਾ, ਮੈਨੂੰ ਇੰਨੇ ਸਾਲ ਹੋ ਗਏ ਨੇ, ਮੈਂ ਇੱਕ ਫਾਊਂਡਰ ਮੈਂਬਰ ਹਾਂ ਇਹਦਾ, ਠੀਕ ਹੈ, ਅਸੀਂ ਹਰ ਇੱਕ ਦੀ ਗੁੱਥੀ ਖੋਲ ਸਕਦੇ ਹਾਂ। ਪਰ ਮੇਰੀ ਐਡਵਾਈਸ ਇਹ ਤੁਹਾਡੇ ਸਵਾਲ ਲਈ ਕਿ ਅਸੀਂ ਇੱਕ ਕੰਸਲਟੈਂਟ ਹਾਂ ਜੀ, ਸਾਡੇ ਕੋਲ ਇੰਨੀ ਟਨਸ ਆਫ ਓਸ਼ਨ ਆਫ ਨੌਲੇਜ ਹੈ, ਉਹਦਾ ਪਬਲਿਕ ਜਿਹੜੀ ਫਾਇਦਾ ਉਠਾਏ।
ਸਾਡੀ ਜਿਹੜੀ ਫੀਸ ਆ ਫਰਜ਼ ਕਰੋ 70,000 ਹੈ 1 ਲੱਖ ਆ ਫੈਮਿਲੀ ਲਈ ਜੀ, ਇਟ ਇਜ਼ ਪੀਨਟਸ, ਕੋਈ ਫੀਸ ਨਹੀਂ ਹੈ। ਠੀਕ ਹੈ, ਅਸੀਂ ਨਾ ਵਧਾਈ ਹੈ ਨਾ ਇਹ ਵਧਾਉਣੀ ਹੈ। ਸਾਡੇ ਕੋਲ ਵੋਲਿਊਮ ਬਹੁਤ ਹੈ, ਜਿਹੜੇ ਲੋਕ ਅਪਲਾਈ ਕਰਦੇ ਨੇ। ਸੋ ਇਸ ਕਰਕੇ ਜਿਹੜਾ ਹੈ ਮੈਂ ਇਹੀ ਐਡਵਾਈਸ ਕਰਾਂਗਾ ਕਿ ਕੋਈ ਸ਼ਾਰਟਕਟ ਨਾ ਲੈਣ, ਆਪਣਾ ਕੇਸ ਖਰਾਬ ਨਾ ਕਰਨ, ਆਪਣਾ ਰੈਕੋਰਡ ਖਰਾਬ ਨਾ ਕਰਨ, ਚਾਹੇ ਸਾਡੇ ਕੋਲ ਜਾਂ ਉਹਨਾਂ ਨੂੰ ਕੋਈ ਹੋਰ ਇਮੀਗ੍ਰੈਂਟ ਕੰਸਲਟੈਂਟ ਇਦਾਂ ਦਾ ਦਿਖਦਾ ਉਹਦੇ ਕੋਲ ਉਹ ਜਾ ਸਕਦੇ ਨੇ, ਪਰ ਆਪਣੇ ਆਪ ਪੰਗਾ ਨਾ ਲੈਣ ਇਹਦੇ ਵਿੱਚ। ਸੋ ਕਰਨਲ ਸਾਹਿਬ, ਮੈਂ ਵੇਖ ਰਿਹਾ ਕਿ ਸਮਾਂ ਲਗਭਗ ਤਕਰੀਬਨ ਆਪਣੇ ਕੋਲ 2 ਮਿੰਟ ਦਾ ਟਾਈਮ ਫਰੇਮ ਹੈ। ਤੁਸੀਂ, ਮੈਂ ਇਸੇ ਕਰਕੇ ਤੁਹਾਨੂੰ ਬਹੁਤੇ ਸਵਾਲ ਵੀ ਨਹੀਂ ਕੀਤੇ ਕਿਉਂਕਿ ਤੁਹਾਡੇ ਕੋਲ ਦੱਸਣ ਨੂੰ ਕਹਿਣ ਨੂੰ ਬਹੁਤ ਕੁਝ ਹੈ, ਬਹੁਤ ਕੁਝ ਹੈ। ਮੈਂ ਇਹ ਚਾਹੁੰਦਾ ਸੀ ਕਿ ਤੁਹਾਡੇ ਸੈਕਿੰਡ ਦਾ ਮੁੱਲ ਦਰਸ਼ਕਾਂ ਵਾਸਤੇ ਬਹੁਤ ਕੀਮਤੀ ਹੈ, ਅਹਿਮ ਹੈ। ਥੈਂਕ ਯੂ। ਸੋ ਇਹਦੇ ਨਾਲ ਮੈਨੂੰ ਜਾਣ ਤੋਂ ਪਹਿਲਾਂ ਜਿਹੜੇ ਦਰਸ਼ਕ ਇਸ ਵਕਤ ਵੇਖ ਸੁਣ ਰਹੇ ਨੇ, ਜਿਹੜੇ ਤੁਹਾਡੀ ਕੰਪਨੀਆਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋਣ, ਸਭ ਤੋਂ ਬੈਸਟ ਤਰੀਕਾ ਕੀ ਹੈ, ਕਿਵੇਂ ਤੁਹਾਡੇ ਤੱਕ ਅਪਰੋਚ ਕਰਨਾ? ਤਰੀਕਾ ਇਹ ਹੈ, ਸਾਡੇ ਕੋਲ ਸਾਡੀ ਵੈਬਸਾਈਟ ਹੈ, ਸਾਡੀ ਈਮੇਲ ਹੈਗੀ ਹੈ, ਔਰ ਤੁਸੀਂ ਮੇਰੇ ਖਿਆਲ 'ਚ ਇਹ ਸਟ੍ਰਿਪ ਦੇ ਥੱਲੇ ਦਿਖਾ ਵੀ ਰਹੋਗੇ। ਔਰ ਸਰੀ ਦੇ ਵਿੱਚ ਆਫਿਸ ਹੈ, ਉੱਥੇ ਜੋਤਨਪ੍ਰੀਤ BM ਹੈ, ਉੱਥੇ ਕੰਟੈਕਟ ਕਰ ਲੈਣ। ਰੇਡੀਓ ਅਸੀਂ ਇਹਦੇ ਟੀ ਪ੍ਰੋਗਰਾਮ ਤੇ ਆਉਂਦੇ ਰਹਾਂਗੇ। ਕਰਨਲ BS ਸੰਧੂ ਮੇਰਾ ਜਿਹੜਾ ਹੈ, ਮੇਰੀ ਈਮੇਲ ID ਜੇ ਨੋਟ ਕਰਨੀ ਹੈ karnalbssandhu@bixgroup.com। ਜੀ, ਠੀਕ ਹੈ। ਜੇ ਮੇਰਾ ਕਿਸੇ ਨੂੰ ਨੰਬਰ ਚਾਹੀਦਾ ਮੈਂ ਨੰਬਰ ਦਿੰਦਾ ਨਹੀਂ, ਕਿਉਂਕਿ ਮੇਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਲਾਇੰਟ ਨੇ ਐਜ਼ ਔਨ ਟੂਡੇ ਆਲ ਓਵਰ ਦੀ ਵਰਲਡ। ਫਿਰ ਵੀ ਜੇ ਨੋਟ ਕਰਨਾ ਕਹਿੰਦੇ 9814097133। ਇੱਥੇ ਗ੍ਰੇਟਰ ਵੈਨਕੂਵਰ ਦੇ ਵਿੱਚ ਹਜ਼ਾਰਾਂ ਹੀ ਮੇਰੇ ਕਲਾਇੰਟ ਸੈਟਲ ਹੋਣੇ ਆ ਜੀ, ਜਿਨ੍ਹਾਂ ਦੇ ਬਹੁਤ ਅੱਛੇ ਬਿਜ਼ਨਸ ਨੇ। ਇੱਕ ਤਾਂ ਮਿਸਟਰ ਰੰਧਾਵਾ ਨੇ ਬਾਹਰ ਆਏ ਹੋਏ ਨੇ, ਇਹ ਵੀ ਮੇਰੇ ਥਰੂ ਆਏ ਨੇ ਅੱਜ ਤੋਂ 25 ਸਾਲ ਪਹਿਲਾਂ। ਜੀ ਜੀ, ਇੰਸ਼ੋਰੈਂਸ ਬ੍ਰੋਕਰ ਨੇ। ਇਦਾਂ ਦੀਆਂ ਬਹੁਤ ਸਕਸੈਸ ਸਟੋਰੀਆਂ ਨੇ। ਟੋਰਾਂਟੋ ਦੇ ਵਿੱਚ ਤਾਂ ਗੜ ਹੈ। ਜੀ ਜੀ, ਠੀਕ ਹੈ, ਲੱਖਾਂ ਦੇ ਲੋਕ ਆਏ ਹੋਏ ਨੇ। ਜਦੋਂ ਮੈਂ 에ਅਰਪੋਰਟ ਤੋਂ ਬਾਹਰ ਨਿਕਲਦੀ ਸਾਰ ਹੀ, ਪਿਛਲੇ ਸਾਲ ਆਇਆ ਮੈਂ 2 ਸਾਲ ਪਹਿਲਾਂ, ਇੱਕ ਪੁਲਿਸ ਅਫਸਰ ਆਇਆ ਸਿੱਖ, ਉਹਨੇ ਸਲੂਟ ਮਾਰਿਆ ਮੈਨੂੰ ਪਹਿਚਾਣਿਆ ਸਰ। ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਪਛਾਣਿਆ, ਯੂ ਆਰ ਮਾਈ ਕਲਾਇੰਟ, ਹੋਰ ਤੁਹਾਨੂੰ ਕੀ ਪਛਾਣਨਾ, ਤੁਸੀਂ WWH ਦੇ ਥਰੂ ਆਏ ਹੋ। ਮੈਂ ਖੁਸ਼ ਹਾਂ। ਕਹਿੰਦਾ ਸਰ ਇਟ ਵੋਂਟ ਹੈਵ ਬੀਨ ਬੈਟਰ ਦੈਨ ਦਿਸ। ਸਾਡਾ ਇੱਕ ਕੈਨੇਡੀਅਨ ਇੰਸਟੀਚਿਊਟ ਹੈ ਜੀ, ਅਸੀਂ ਇਹ ਡਿਫਰੈਂਟ ਵਰਟੀਕਲ ਹੈ। ਜਿਹੜੇ ਬੱਚੇ ਐਜੂਕੇਸ਼ਨ ਦੇ ਥਰੂ ਆਉਣਾ ਚਾਹੁੰਦੇ ਆ, ਬੱਚੇ ਕਹਿੰਦੇ ਸਾਨੂੰ ਹਵਾਈ ਜਹਾਜ਼ ਦਿਖਾਓ ਪਹਿਲਾਂ ਕਿੱਥੇ ਆ ਕੈਨੇਡਾ ਜਾਣ ਦਾ, ਉਹ 'ਚ ਬੈਠੀਏ। ਜੀ ਜੀ, ਇੱਥੇ ਆ ਕੇ ਫਿਰ ਧੱਕੇ ਖਾਂਦੇ ਨੇ। ਸਾਡਾ ਜਲਵੇੜਾ ਦੇ ਵਿੱਚ ਫਤਿਹਗੜ੍ਹ ਸਾਹਿਬ, ਤੁਹਾਡਾ ਵੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਹੈ ਜੀ, GT ਰੋਡ ਦੇ ਉੱਤੇ 50 ਏਕੜ ਦੇ ਵਿੱਚ ਇੰਸਟੀਚਿਊਟ ਹੈ, ਕੰਟੀਨੈਂਟਲ ਆਫ ਇੰਟਰਨੈਸ਼ਨਲ ਸਟੱਡੀਜ਼। ਔਰ ਉੱਥੋਂ ਬੱਚੇ ਪਿਛਲੇ 20 ਸਾਲ ਪੁਰਾਣਾ ਹੈ, ਹੁਣ ਤਾਂ 15,000 ਸਟੂਡੈਂਟ ਆ ਗਏ ਨੇ। ਔਰ ਇੱਥੇ ਆ ਕੇ ਜਾਰਜੀਅਨ ਕਾਲਜ, ਥਾਮਸਨ ਰਿਵਰ ਯੂਨੀਵਰਸਿਟੀ ਔਰ ਰੈੱਡ ਰਿਵਰ, ਕੋਨੇਸਟੋਗਾ, ਇਹਦੇ 'ਚ ਆ ਕੇ ਪੜ੍ਹਦੇ ਨੇ। ਇੱਥੇ ਆ ਕੇ ਵਰਕ ਪਰਮਿਟ ਲੈਂਦੇ ਨੇ, ਫਿਰ ਵਰਕ ਪਰਮਿਟ ਤੋਂ ਬਾਅਦ PR। ਉਹ ਬੱਚੇ ਇੰਨੇ ਅੱਛਾ ਕਰ ਰਹੇ ਨੇ, ਬਹੁਤ ਹੀ ਜ਼ਿਆਦਾ ਮੈਨੂੰ ਮਾਣ ਆਉਣਾ ਬੱਚਿਆਂ ਤੇ। ਔਰ ਉਹ ਬੱਚੇ ਉਹਨਾਂ ਦੇ ਪੇਰੈਂਟ ਦੇ ਨਹੀਂ ਹੈਗੇ, ਸਾਡੇ ਬੱਚੇ ਨੇ। ਅਸੀਂ ਉਹਨਾਂ ਜਦੋਂ ਇੱਥੇ ਆਉਂਦੇ ਨੇ ਉਹਨਾਂ ਨੂੰ ਸੰਭਾਲਦੇ ਹੈਗੇ ਆ। ਤਕਰੀਬਨ ਹਰ ਸਾਲ 400 ਤੋਂ 500 ਬੱਚਾ ਸਾਡੇ ਥਰੂ ਕੰਟੀਨੈਂਟਲ ਦੇ ਥਰੂ ਆਉਂਦਾ ਇਹ ਜੀ, ਠੀਕ ਹੈ। ਇਹ ਤੋਂ ਇਲਾਵਾ ਮੇਰਾ ਇੱਕ ਰਿਜ਼ੋਰਟ ਹੈ, ਫੋਰੈਸਟਲ ਰਿਜ਼ੋਰਟ ਹੈ, ਚੰਡੀਗੜ੍ਹ ਦੇ ਨਾਲ ਹੈ, PGI ਦੇ ਪਿੱਛੇ ਹੈ। ਇਟ ਇਜ਼ 8th ਵੰਡਰ ਆਫ ਦੀ ਵਰਲਡ, 500 ਏਕੜ 'ਚ ਹੈ। ਜਦੋਂ ਵੀ ਕੋਈ ਇੱਥੋਂ ਆਉਂਦੇ ਨੇ, ਇਨਕਲੂਡਿੰਗ ਯੂਅਰ ਸੈਲਫ, ਸਾਨੂੰ ਉੱਥੇ ਮੌਕਾ ਦਿਓ, ਆ ਕੇ ਦੇਖੋ ਉਸ ਨੂੰ। ਗੋਲਫ ਕੋਰਸ ਆ ਉਹਦੇ ਵਿੱਚ, ਹੋਰ ਬਹੁਤ ਜ਼ਿਆਦਾ ਫੈਸਿਲਿਟੀਜ਼ ਨੇ ਜੀ। ਸੋ ਸੰਧੂ ਸਾਹਿਬ, ਮੈਂ ਵੇਖ ਰਿਹਾ ਕਿ ਸਮਾਂ ਸਮਾਪਤ ਹੋ ਗਿਆ। ਜਦੋਂ ਕਦੇ ਫੇਰ ਆਏ ਤੁਹਾਡੇ ਨਾਲ ਫੇਰ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ, ਮਿਲ ਕੇ ਚੰਗਾ ਲੱਗਿਆ। ਸਮਾਂ ਜ਼ਿਆਦਾ ਦਿਆ ਕਰੋ। ਹਾਂ ਬਿਲਕੁਲ, 22 ਮਿੰਟ ਕਾਫੀ ਨਹੀਂ ਹੁੰਦੇ। ਅੱਗੇ ਤੋਂ ਅਸੀਂ 44 ਕਰ ਦਿਆਂਗੇ ਜੀ, ਤੁਸੀਂ ਕਿਹਾ ਕਿ 44 ਮਿੰਟ ਕਰੋ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ, ਜਾਣਕਾਰੀ ਭਰਪੂਰ ਲੱਗਿਆ ਹੋਵੇਗਾ। ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਇਹਨਾਂ ਦੀ ਸੰਸਥਾ ਦੇ ਹੇਠਾਂ ਨੰਬਰ, ਈਮੇਲ ਡਿਸਪਲੇ ਕੀਤੇ ਜਾ ਰਹੇ ਨੇ। ਸੋ ਸਮਾਂ ਸਮਾਪਤ ਹੈ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਆਪਣੀ ਕੀਮਤੀ ਰਾਏ ਸਾਡੇ ਤੱਕ ਜ਼ਰੂਰ ਪੁੱਜਦੀ ਕਰਿਓ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ। ਤੇ ਤੁਸੀਂ ਦੇਖਦੇ ਰਹੋ ਸਾਂਝਾ TV।